कहानी नौ दे सुपने। MBA पूरी करन तो बाद नेहा दा विआह पक्का हो गया सी। हालांकि ਉਹ ਹੋਰ ਪੜ੍ਹਨਾ ਚਾਹੁੰਦੀ ਸੀ, ਪਰ ਚੰਗਾ ਘਰ ਅਤੇ ਮੁੰਡੇ ਨੂੰ ਵੇਖਦਿਆਂ ਮਾਪਿਆਂ ਨੇ ਜਲਦੀ ਹੀ ਉਸ ਦਾ ਵਿਆਹ ਕਰਨ ਦਾ ਫੈਸਲਾ ਕਰ ਲਿਆ। ਨੇਹਾ ਦਾ ਵਿਆਹ ਸੰਦੀਪ ਨਾਂ ਦੇ ਇੱਕ ਨੌਜਵਾਨ ਨਾਲ ਹੋਇਆ ਸੀ, ਜਿਹੜਾ ਇੱਕ ਨਿੱਜੀ ਕੰਪਨੀ ਵਿੱਚ ਇੰਜੀਨੀਅਰ ਦਾ ਅਹੁਦਾ ਸੰਭਾਲਦਾ ਸੀ। ਬਹੁਤ ਖੁੱਲ੍ਹੇ ਵਿਚਾਰਾਂ ਵਾਲਾ ਇੱਕ ਪਰਿਵਾਰ ਮਿਲਿਆ। ਸੰਦੀਪ ਦੀ ਭੈਣ ਵੀ ਸੌਫਟਵੇਅਰ ਇੰਜੀਨੀਅਰ ਸੀ। ਵਿਆਹ ਤੋਂ ਬਾਅਦ ਨੇਹਾ ਆਪਣੇ ਸਹੁਰੇ ਘਰ ਪਹੁੰਚੀ ਅਤੇ ਜਲਦ ਹੀ ਉਸਨੇ ਸਹੁਰਿਆਂ ਦਾ ਮਨ ਜਿੱਤ ਲਿਆ। ਨੇਹਾ ਦਾ ਉਸਦੀ ਨਨਾਣ ਦੀਪਾ ਨਾਲ ਰਿਸ਼ਤਾ ਭੈਣਾਂ ਵਰਗਾ ਸੀ। ਘਰ ਦਾ ਮਾਹੌਲ ਦੇਖ ਕੇ ਨੇਹਾ ਨੂੰ ਦਿਲਾਸਾ ਮਿਲਿਆ ਕਿ ਜਿਹੜਾ ਸੁਪਨਾ ਉਹ ਵਿਆਹ ਤੋਂ ਪਹਿਲਾਂ ਪੂਰਾ ਨਹੀਂ ਕਰ ਸਕੀ, ਉਸਨੂੰ ਇੱਥੇ ਮੌਕਾ ਜ਼ਰੂਰ ਮਿਲੇਗਾ। ਇੱਕ ਦਿਨ ਉਸਨੇ ਆਪਣੀ ਪਤੀ ਅੱਗੇ ਆਪਣੀ ਇੱਛਾ ਜ਼ਾਹਿਰ ਕੀਤੀ, ਪਰ ਸੰਦੀਪ ਨੇ ਨੇਹਾ ਦੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਤੈਨੂੰ ਨੌਕਰੀ ਕਰਨ ਦੀ ਕੀ ਜ਼ਰੂਰਤ ਹੈ? ਰੱਬ ਦਾ ਦਿੱਤਾ ਸਭ ਕੁਝ ਹੈ ਅਤੇ ਮੈਂ ਅਜਿਹੀ ਚੰਗੀ ਪੋਸਟ 'ਤੇ ਹਾਂ, ਬਸ ਆਰਾਮ ਨਾਲ ਰਾਜ ਕਰ। ਨੇਹਾ ਦਾ ਮਨ ਟੁੱਟ ਗਿਆ, ਪਰ ਜਦੋਂ ਵੀ ਉਹ ਆਪਣੀ ਨਨਾਣ ਨੂੰ ਲੈਪਟਾਪ 'ਤੇ ਕੰਮ ਕਰਦਿਆਂ ਅਤੇ ਦਫ਼ਤਰ ਜਾਂਦਿਆਂ ਵੇਖਦੀ, ਉਸਦਾ ਵੀ ਬਹੁਤ ਚਿੱਤ ਕਰਦਾ। ਕਾਸ਼ ਮੈਨੂੰ ਵੀ ਆਪਣਾ ਕਰੀਅਰ ਬਣਾਉਣ ਦਾ ਮੌਕਾ ਮਿਲਦਾ। ਪਰ ਆਪਣੀ ਕਿਸਮਤ ਸਮਝ ਕੇ ਉਸਨੇ ਆਪਣਾ ਮਨ ਮਾਰਨਾ ਸ਼ੁਰੂ ਕਰ ਦਿੱਤਾ। ਨੇਹਾ ਅਤੇ ਉਸਦੀ ਨਨਾਣ ਅਕਸਰ ਕਰੀਅਰ, ਨੌਕਰੀਆਂ ਵਰਗੇ ਵਿਸ਼ਿਆਂ 'ਤੇ ਚਰਚਾ ਕਰਦੇ ਸਨ। ਉਹਨਾਂ ਦੇ ਵਿਚਾਰ, ਸ਼ੌਂਕ ਅਤੇ ਆਦਤਾਂ ਵਿੱਚ ਸਮਾਨਤਾ ਦੇ ਕਾਰਨ ਉਹਨਾਂ ਦਾ ਰਿਸ਼ਤਾ ਗੂੜ੍ਹਾ ਹੁੰਦਾ ਗਿਆ ਅਤੇ ਇੱਕ ਦਿਨ ਨੇਹਾ ਨੇ ਆਪਣੇ ਮਨ ਦੀ ਇੱਛਾ ਜ਼ਾਹਿਰ ਕੀਤੀ। ਭਰਜਾਈ, ਕੀ ਹੋਇਆ? ਜੇ ਵਿਆਹ ਤੈਅ ਹੋਣ ਕਰਕੇ ਤੁਸੀਂ ਨੌਕਰੀ ਨਹੀਂ ਕਰ ਸਕੇ, ਤੁਸੀਂ ਫਿਰ ਵੀ ਆਪਣੇ ਸੁਪਨੇ ਪੂਰੇ ਕਰ ਸਕਦੇ ਹੋ। ਮੈਂ ਕੱਲ੍ਹ ਹੀ ਮੰਮੀ ਡੈਡੀ ਨਾਲ ਗੱਲ ਕਰਦੀ ਹਾਂ। ਮੈਨੂੰ ਉਮੀਦ ਹੈ ਕਿ ਉਹ ਤੁਹਾਨੂੰ ਆਪਣੇ ਸੁਪਨੇ ਪੂਰੇ ਕਰਨ ਦਾ ਮੌਕਾ ਜ਼ਰੂਰ ਦੇਣਗੇ। ਜਦੋਂ ਰਾਤੀ ਸਾਰੇ ਖਾਣੇ ਦੀ ਮੇਜ਼ 'ਤੇ ਇਕੱਠੇ ਹੋਏ, ਨੇਹਾ ਦੀ ਨਨਾਣ ਦੀਪਾ ਨੇ ਆਪਣੀ ਭਰਜਾਈ ਦੀ ਇੱਛਾ ਸਭ ਦੇ ਸਾਹਮਣੇ ਰੱਖ ਦਿੱਤੀ। ਇਹ ਸੁਣਦਿਆਂ ਹੀ ਪੂਰਾ ਪਰਿਵਾਰ ਸੁੰਨ ਹੋ ਗਿਆ। ਨੇਹਾ ਦੀ ਸੱਸ ਨੇ ਦੀਪਾ ਨੂੰ ਝਿੜਕਦੇ ਕਿਹਾ, ਇਹ ਕਿਵੇਂ ਹੋ ਸਕਦਾ ਹੈ ਦੀਪਾ? ਨੇਹਾ ਇਸ ਘਰ ਦੀ ਨੂੰਹ ਹੈ। ਜੇ ਉਹ ਦਫ਼ਤਰ ਜਾਂਦੀ ਹੈ ਤਾਂ ਘਰ ਦਾ ਕੰਮ ਕੌਣ ਕਰੇਗਾ? ਘਰ ਦੀ ਜ਼ਿੰਮੇਵਾਰੀ ਵੀ ਤੇ ਹੈ। ਦੀਪਾ ਨੇ ਹੈਰਾਨ ਹੁੰਦਿਆਂ ਕਿਹਾ, ਮੰਮੀ, ਮੈਨੂੰ ਤੁਹਾਡੇ ਕੋਲੋਂ ਇਹ ਉਮੀਦ ਨਹੀਂ ਸੀ। ਜਦੋਂ ਤੁਸੀਂ ਮੈਨੂੰ ਕਦੇ ਨਹੀਂ ਰੋਕਿਆ ਤਾਂ ਫਿਰ ਭਰਜਾਈ ਨੂੰ ਕਿਉਂ? ਕਿਉਂਕਿ ਮੈਂ ਘਰ ਦੀ ਧੀ ਅਤੇ ਉਹ ਨੂੰਹ ਹੈ, ਇਸ ਲਈ। ਜੇ ਕੱਲ੍ਹ ਨੂੰ ਮੇਰਾ ਵਿਆਹ ਹੋਇਆ ਤੇ ਮੇਰੇ ਸਹੁਰੇ ਮੈਨੂੰ ਕੰਮ ਕਰਨ ਤੋਂ ਰੋਕਣ ਤਾਂ? ਦੀਪਾ ਦੀ ਸੱਸ ਨੇ ਤੁਰੰਤ ਕਿਹਾ, ਐਵੇਂ ਕਿਸ ਤਰ੍ਹਾਂ ਇਨਕਾਰ ਕਰ ਦੇਣਗੇ? ਸਾਡੀ ਧੀ ਪਹਿਲਾਂ ਤੋਂ ਹੀ ਨੌਕਰੀ ਕਰ ਰਹੀ ਹੈ। ਅਸੀਂ ਆਪਣੀ ਗੱਲ ਪਹਿਲਾਂ ਤੋਂ ਸਪਸ਼ਟ ਕਰਾਂਗੇ। ਐਵੇਂ ਕਿਵੇਂ ਨੌਕਰੀ ਤੋਂ ਮਨਾ ਕਰ ਦੇਣਗੇ? ਤਾਂ ਇਸ ਵਿੱਚ ਭਰਜਾਈ ਦਾ ਕੀ ਕਸੂਰ ਹੈ ਜੇ ਨੌਕਰੀ ਕਰਨ ਤੋਂ ਪਹਿਲਾਂ ਉਹਨਾਂ ਦਾ ਵਿਆਹ ਤੈਅ ਹੋ ਗਿਆ? ਵੈਸੇ ਵੀ ਇੱਥੇ ਗੱਲ ਵਿਆਹ ਤੋਂ ਪਹਿਲਾਂ ਜਾਂ ਬਾਅਦ ਵਿੱਚ ਨੌਕਰੀ ਕਰਨ ਦੀ ਨਹੀਂ ਹੈ, ਗੱਲ ਫਰਕ ਦੀ ਹੈ। ਇੱਕ ਧੀ ਅਤੇ ਨੂੰਹ ਵਿੱਚ ਅੰਤਰ, ਇੱਕ ਧੀ ਅਤੇ ਨੂੰਹ ਦੇ ਸੁਪਨਿਆਂ ਵਿੱਚ ਅੰਤਰ। ਭਰਜਾਈ ਵੀ ਮੇਰੀ ਤਰ੍ਹਾਂ ਕਰੀਅਰ ਨੂੰ ਅੱਗੇ ਵਧਾਉਣਾ ਚਾਹੁੰਦੀ ਹੈ। ਉਸਨੇ ਉੱਚ ਸਿੱਖਿਆ ਵੀ ਪ੍ਰਾਪਤ ਕੀਤੀ ਹੈ। ਉਹ ਸਮੇਂ 'ਤੇ ਆਪਣੇ ਸੁਪਨੇ ਪੂਰੇ ਨਹੀਂ ਕਰ ਸਕੀ, ਪਰ ਉਹਨੂੰ ਉਮੀਦ ਸੀ ਕਿ ਇੱਥੇ ਉਹ ਆਪਣੀ ਇੱਛਾ ਪੂਰੀ ਕਰ ਸਕੇਗੀ। ਪਰ ਸਾਡੇ ਵਿੱਚੋਂ ਕਿਸੇ ਨੇ ਵੀ ਕਦੇ ਧਿਆਨ ਹੀ ਨਹੀਂ ਦਿੱਤਾ, ਕਿਉਂਕਿ ਉਹ ਇੱਕ ਨੂੰਹ ਹੈ। ਉਹਨਾਂ ਦਾ ਕੰਮ ਸਿਰਫ ਰੋਟੀਆਂ ਪਕਾਉਣਾ ਅਤੇ ਘਰ ਸੰਭਾਲਣਾ ਹੈ। ਕੱਲ੍ਹ ਨੂੰ ਜੇ ਮੇਰੇ ਸਹੁਰੇ ਪਰਿਵਾਰ ਅਜਿਹਾ ਫਰਕ ਕਰਨਗੇ ਤਾਂ ਮੈਂ ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੀ। ਫਿਰ ਉਸਨੇ ਆਪਣੇ ਭਰਾ ਵੱਲ ਵੇਖਿਆ ਅਤੇ ਕਿਹਾ, ਵੀਰ ਜੀ, ਤੁਸੀਂ ਵੀ ਭਰਜਾਈ ਦੀ ਇੱਛਾ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਪਤੀ ਪਤਨੀ ਵਿੱਚ ਵੀ ਫਰਕ। ਤੁਹਾਨੂੰ ਆਪਣੀ ਪਤਨੀ ਦਾ ਸਾਥ ਦੇਣਾ ਚਾਹੀਦਾ ਹੈ। ਜਦੋਂ ਤੁਹਾਨੂੰ ਆਪਣੀ ਮਰਜ਼ੀ ਕਰਨ ਦਾ ਹੱਕ ਹੈ, ਮੈਨੂੰ ਆਪਣੀ ਮਰਜ਼ੀ ਕਰਨ ਦਾ ਅਧਿਕਾਰ ਹੈ, ਫਿਰ ਭਰਜਾਈ ਨੂੰ ਕਿਉਂ ਨਹੀਂ? ਦੀਪਾ ਦੇ ਸ਼ਬਦਾਂ ਨੂੰ ਸੁਣਦਿਆਂ ਸਾਰੇ ਪਰਿਵਾਰ ਨੂੰ ਅਹਿਸਾਸ ਹੋਇਆ ਕਿ ਉਹ ਕਿੰਨੀ ਵੱਡੀ ਗਲਤੀ ਕਰ ਰਿਹਾ ਸੀ। ਵਿਆਹ ਤੋਂ ਪਹਿਲਾਂ ਉਹਨਾਂ ਨੇ ਇਹ ਕਿਹਾ ਸੀ ਕਿ ਨੇਹਾ ਸਾਡੀ ਧੀ ਵਰਗੀ ਹੈ। ਫਿਰ ਉਹਨਾਂ ਨੇ ਨੇਹਾ ਨਾਲ ਅਜਿਹਾ ਫਰਕ ਕਿਵੇਂ ਕੀਤਾ? ਤੂੰ ਬਿਲਕੁਲ ਸਹੀ ਹੈ ਦੀਪਾ। ਜੇ ਮੈਂ ਆਪਣੀ ਨੂੰਹ ਨਾਲ ਫਰਕ ਕਰਾਂਗੀ, ਕੱਲ੍ਹ ਮੇਰੀ ਧੀ ਨਾਲ ਵੀ ਫਰਕ ਹੋਵੇਗਾ। ਜਦੋਂ ਅਸੀਂ ਆਪਣੇ ਬੱਚਿਆਂ ਵਿੱਚ ਕੋਈ ਫਰਕ ਨਹੀਂ ਕੀਤਾ ਤਾਂ ਅਸੀਂ ਆਪਣੀ ਧੀ ਅਤੇ ਨੂੰਹ ਵਿੱਚ ਕਿਵੇਂ ਫਰਕ ਕਰ ਸਕਦੇ ਹਾਂ? ਕਿਉਂ ਜੀ, ਮੈਂ ਸਹੀ ਕਿਹਾ ਹੈ? ਨੇਹਾ ਦੀ ਸੱਸ ਨੇ ਆਪਣੇ ਪਤੀ ਵੱਲ ਵੇਖਦੇ ਕਿਹਾ, ਹਾਂ ਹਾਂ, ਤੁਸੀਂ ਅੱਜ ਤੱਕ ਕਦੇ ਗਲਤ ਕਿਹਾ ਹੈ? ਨੇਹਾ ਦੇ ਸਹੁਰੇ ਨੇ ਮੁਸਕਰਾਉਂਦੇ ਹੋਏ ਕਿਹਾ, ਅੱਜ ਸਮਾਜ ਵਿੱਚ ਇੰਨੀ ਤਬਦੀਲੀ ਤਾਂ ਆਈ ਹੈ
ਕਿ ਧੀਆਂ ਨੂੰ ਅੱਗੇ ਪੜ੍ਹਾਉਣ ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਪਰ ਅੱਜ ਵੀ ਧੀ ਅਤੇ ਨੂੰਹ ਵਿੱਚ ਅੰਤਰ ਖਤਮ ਨਹੀਂ ਹੋਇਆ। ਨੂੰਹ ਵੀ ਕਿਸੇ ਦੀ ਧੀ ਹੁੰਦੀ ਹੈ। ਜਦੋਂ ਇੱਕ ਧੀ ਨੂੰ ਪੜ੍ਹਨ, ਬਾਹਰ ਕੰਮ ਕਰਨ, ਆਪਣੇ ਸੁਪਨਿਆਂ ਨੂੰ ਜਿਉਣ ਦਾ ਅਧਿਕਾਰ ਹੁੰਦਾ ਹੈ ਤਾਂ ਨੂੰਹ ਨੂੰ ਕਿਉਂ ਨਹੀਂ। ਇੱਕ ਪਰਿਵਾਰ ਵਿੱਚ ਸਾਰੀਆਂ ਔਰਤਾਂ ਨੂੰ ਇੱਕ ਦੂਜੇ ਦਾ ਸਾਥ ਅਤੇ ਸਮਰਥਨ ਦੇਣਾ ਚਾਹੀਦਾ ਹੈ, ਇੱਕ ਦੂਜੇ ਲਈ ਖੜੇ ਹੋਣਾ ਚਾਹੀਦਾ ਹੈ, ਇੱਕ ਦੂਜੇ ਦੀ ਸਮਾਨਤਾ ਲਈ ਖੜੇ ਹੋਣਾ ਚਾਹੀਦਾ ਹੈ, ਤਾਂ ਹੀ ਪਰਿਵਾਰ ਇਕਜੁੱਟ ਰਹੇਗਾ। ਜੇ ਘਰ ਅਤੇ ਬਾਹਰ ਦੀਆਂ ਜ਼ਿੰਮੇਵਾਰੀਆਂ ਅਤੇ ਘਰ ਦੇ ਕੰਮ ਪਰਿਵਾਰ ਦੇ ਸਾਰੇ ਮੈਂਬਰ ਇਕਜੁੱਟ ਹੋ ਕੇ ਕਰਨ ਤਾਂ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਘਰ ਨੂੰ ਸੁਚੱਜੇ ਢੰਗ ਨਾਲ ਚਲਾਉਣ ਵਿੱਚ ਮੁਸ਼ਕਿਲ ਨਹੀਂ ਆਵੇਗੀ। ਧੰਨਵਾਦ।